ਤੁਹਾਡੇ ਸਾਰਿਆਂ ਦੀ ਰਾਜੀ ਖੁਸ਼ੀ ਦੀ ਅਰਦਾਸ ਕਰਦੇ ਹੋਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕਾਫੀ ਦਿਨਾਂ ਤੋਂ ਲਾਈਵ ਨਹੀਂ ਆਇਆ। ਦੋ ਤਿੰਨ ਵਜ੍ਹਾ ਸੀਗੀਆਂ ਇਹਦੀਆਂ। ਇੱਕ ਤਾਂ ਕਿਸਾਨ ਮੋਰਚੇ ਦੇ ਸਦਕੇ ਏਜੰਸੀਆਂ ਜ਼ਿਆਦਾ ਐਕਟਿਵ ਨੇ ਤੇ ਉਹਨਾਂ ਦੀ ਪੁੱਛ ਕੇ ਚੱਲਦੀ ਸੀਗੀ, ਉਹਦੇ ਵਿੱਚ ਲੱਗੇ ਹੋਏ ਸੀ। ਤੇ ਕਿਸਾਨ ਆਗੂ ਕਹਿੰਦੇ ਕਿ ਇਹ ਪਲਾਂਟਡ ਬੰਦੇ ਨੇ ਔਰ ਸਰਕਾਰ ਦੀਆਂ ਏਜੰਸੀਆਂ ਕਹਿੰਦੀਆਂ ਕਿ ਤੁਸੀਂ ਕੁਛ ਏਦਾਂ ਐਸਾ ਵੈਸਾ ਕੀਆ। तो ਫਿਰ ਸਾਡਾ ਹੁੰਦਾ ਕਿ ਯਾਰ ਅਸੀਂ ਕਿਸੇ ਧਰਮ ਦੇ ਖਿਲਾਫ ਬੋਲੀਏ ਜਾਂ ਕਿਸੇ ਲੋਕਾਂ ਦੇ ਖਿਲਾਫ ਬੋਲੀਏ, ਕਿਸੇ ਦਾ ਨੁਕਸਾਨ ਕਰੀਏ ਤੇ ਸਾਨੂੰ ਚੌਂਕ 'ਚ ਗੋਲੀ ਮਾਰ ਦੇਣਾ ਬੇਸ਼ੱਕ, ਤਾਂ ਕਿ ਕੋਈ ਹੋਰ ਨਫ਼ਰਤ ਦੀ ਰਾਜਨੀਤੀ ਨਾ ਕਰੇ। ਹਾਲਾਂਕਿ ਖੁੱਲ੍ਹੇਆਮ ਚੱਲਦੀ ਪਈ ਹੈ, ਬਟ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਬੋਲਦੇ ਰਵਾਂਗੇ। ਉਸ ਨੂੰ ਤਾਂ ਕਿਸੇ ਐਸੇ ਵੈਸੇ ਕੰਮ ਵਿੱਚ ਗਿਣਿਆ ਨਹੀਂ ਜਾ ਸਕਦਾ। ਖੈਰ, ਇੱਕ ਤਾਂ ਇਹ ਵਜ੍ਹਾ ਸੀਗੀ ਕਿ ਏਜੰਸੀਆਂ ਦੇ ਦੀ ਵੀ ਸਾਨੂੰ ਆਨਸਰ ਕਰਨੇ ਪੈਂਦੇ, ਤੇ ਦੂਸਰੀ ਵਜ੍ਹਾ ਕਿ ਮੈਨੂੰ ਇਹ ਪਤਾ ਨਹੀਂ ਕਿੰਨਾ 12-13 ਸਾਲ ਹੋ ਗਏ ਸ਼ਾਇਦ ਫੇਸਬੁੱਕ ਤੇ, ਪਰ ਹੁਣ ਦਿਲ ਜਿਹਾ ਹੀ ਨਹੀਂ ਕਰਦਾ ਫੇਸਬੁੱਕ ਤੇ ਜੋ ਹਾਲਾਤ ਦੇਖੀਦੇ ਨੇ, ਜੋ ਇੰਨੇ ਮਾੜੇ ਜਿਹੇ ਹੋਏ ਪਏ ਹਾਲ। ਫੇਸਬੁੱਕ ਹੁਣ ਫੇਕ ਬੁੱਕ ਹੋਈ ਪਈ ਹੈ। ਜਿੱਦਾਂ ਇਹ ਬਿਲਕੁਲ ਵੀ ਨਹੀਂ ਸੀਗਾ ਕਿ ਮੁੱਦੇ ਨਹੀਂ ਆ। ਮੁੱਦੇ ਤਾਂ ਇੰਨੇ ਹੈਗੇ ਆ ਕਿ ਦਿਨ 'ਚ 4 ਵਾਰੀ ਬੰਦਾ ਲਾਈਵ ਹੋ ਕੇ ਬੋਲਦਾ ਰਵੇ। ਆ ਪਿੱਛੇ ਜੇ ਸਿੱਧੂ ਮੂਸੇਵਾਲੇ ਸਾਹਿਬ ਦਾ ਗਾਣਾ ਆਇਆ 295, ਉਹਦੇ ਵਿੱਚ ਹੀ ਹਰ ਲਾਈਨ ਤੇ ਹੀ ਅਸਲ 'ਚ ਇੱਕ ਮੁੱਦਾ, ਚੰਗਾ ਮਾੜਾ ਮੁੱਦਾ ਤੁਸੀਂ ਘੰਟਿਆਂ ਦੇ ਹਿਸਾਬ ਨਾਲ ਉੱਤੇ ਗੱਲ ਕਰ ਸਕਦੇ ਹੋ। ਜਿੱਦਾਂ ਉਹਨਾਂ ਨੇ ਇੱਕ ਜਗ੍ਹਾ ਤੇ ਬੋਲਿਆ ਕਿ ਜਵਾਕਾਂ ਦੇ ਨਾਮ ਰੱਖੇ ਜੌਨ ਤੇ ਸਟੀਵੀਆ ਔਰ ਬਣੇ ਫਿਰਦੇ ਨੇ ਮਾਂ ਬੋਲੀ ਤੇ ਰੱਖੇ। ਇਹੋ ਜਿਹੀਆਂ ਮਤਲਬ ਲਾਈਨਾਂ, ਵਰਡ ਅੱਗੇ ਪਿੱਛੇ ਲਾਈਨ ਇਹੋ ਜਿਹੀ ਸੀਗੀ ਕੁਝ। ਇਹ ਇੰਨਾ ਵੱਡਾ ਟੌਪਿਕ ਹੈ, ਇੰਨੀ ਵੱਡੀ ਗੱਲ ਹੈ, ਇੰਨਾ ਨਕਲੀ ਪੰਜਾਬ ਦੇ ਵਿੱਚ ਸਭ ਚੱਲ ਰਿਹਾ ਕਿ ਜਿਹੜੇ ਸਾਡੀ ਇੰਡਸਟਰੀ ਵਿੱਚ ਹੀ ਬਹੁਤ ਸਾਰੇ ਸਿੰਗਰ, ਬਹੁਤ ਸਾਰੇ ਐਕਟਰ ਔਰ ਵੱਡੇ ਇਹਨਾਂ ਦੇ ਘਰਾਂ 'ਚ ਪੰਜਾਬੀ ਨਹੀਂ ਹੈਗੀ। ਬੜੇ ਸਾਰੇ ਪ੍ਰੋਡਿਊਸਰ ਸਭ ਨਕਲੀ, ਜੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਪਏ ਆ। ਕੋਈ ਸਭ ਦਿਖਾਵਾ, ਨਕਲੀ ਇਸਤੇਮਾਲ ਕਿੱਦਾਂ ਕਰਨਾ, ਯੂਜ਼ ਕਿੱਦਾਂ ਕਰਨਾ। ਉਹ ਟੌਪਿਕ ਜਿਹੜੀ ਇੱਕ ਉਹਨੇ ਤੇ 2 ਹੀ ਲਾਈਨਾਂ ਬੋਲੀਆਂ ਕਿ ਬੱਚਿਆਂ ਦੇ ਨਾਂ ਰੱਖੇ ਜੌਨ ਤੇ ਸਟੀਵੀਆ, ਰਾਖੇ ਬਣੇ ਫਿਰਦੇ ਮਾਂ ਬੋਲੀ ਦੇ। ਉਹ ਇੱਕ ਇੰਨਾ ਵੱਡਾ ਟੌਪਿਕ ਸੀਗਾ। ਮੈਂ ਵੈਸੇ ਗੱਲ ਕਰਦਾ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਹੀ ਇੰਨੇ ਸਾਰੇ ਟੌਪਿਕ ਨੇ। ਇੱਕ ਉਹਨੇ ਗੱਲ ਕੀਤੀ ਕਿ ਪੰਥ ਸਾਡਾ ਵੀ ਇਹ ਪੰਥ ਹੈ, ਤੁਹਾਡਾ ਹੀ ਤਾਂ ਨਹੀਂ, ਕਿ ਤੁਹਾਡਾ ਇਕੱਲੇ ਦਾ ਤਾਂ ਨਹੀਂ। ਜਿਹਨਾਂ ਪੰਥ ਦੇ ਰਾਖੇ ਜੋ ਲੋਕ ਬਣੇ ਹੋਏ ਆ, ਜੋ ਲੋਕ ਬਰਗਾੜੀ ਦੇ ਮੋਰਚੇ ਦੇ ਵਿੱਚ ਗੋਲੀਆਂ ਚਲਵਾ ਦਿੰਦੇ ਆ, ਗੁਟਕਾ ਸਾਹਿਬ ਦੀ ਸੌਂਹਾਂ ਖਾ ਲੈਂਦੇ ਆ, ਉਹਨਾਂ ਨੇ ਜ਼ਿਆਦਾ ਨੁਕਸਾਨ ਕੀਤਾ। ਲੇਕਿਨ ਉਹ ਵੀ ਇੱਕ ਬੜਾ ਵੱਡਾ, ਇੱਕ ਬਹੁਤ ਸੈਂਸਿਟਿਵ ਟੌਪਿਕ ਹੈਗਾ, ਉਹਦੇ ਉੱਤੇ ਵੀ ਬੋਲਣ ਨੂੰ। ਫਿਰ ਇੱਕ ਜਗ੍ਹਾ ਤੇ ਉਹਨੇ ਬੋਲਿਆ ਕਿ ਮਾਵਾਂ ਦੀਆਂ ਕੁੱਖਾਂ ਤੇ ਚਲੇ ਜਾਂਦੇ ਆ, ਗਾਲਾਂ ਤੇ ਆ ਜਾਂਦੇ ਨੇ, ਸਰਟੀਫਿਕੇਟ ਵੰਡਣੇ ਸ਼ੁਰੂ ਕਰ ਦਿੰਦੇ ਆ, ਕੌਣ ਕੰਜਰ ਕੌਣ ਦੱਲਾ, ਸਰਟੀਫਿਕੇਟ ਵੰਡਣ ਲੱਗ ਜਾਂਦੇ ਆ। ਵੀ ਇੱਕ ਬਹੁਤ ਵੱਡਾ ਟੌਪਿਕ ਹੈ। ਹੋਰ ਵੀ ਕਈ ਸਾਰੇ ਉਹਦੇ ਵਿੱਚ ਟੌਪਿਕ ਸੀਗੇ, ਤੇ ਮਤਲਬ ਮੁੱਦੇ ਤਾਂ ਬਹੁਤ ਹੈ ਬੋਲਣ ਨੂੰ, ਲੇਕਿਨ ਹਾਲਾਤ ਜੇ ਦੇਖ ਕੇ ਦਿਲ ਹੀ ਨਹੀਂ ਕਰਦਾ। ਪਿੱਛੇ ਜੇ ਦਲੀਪ ਕੁਮਾਰ ਸਾਹਿਬ ਦਾ ਇੰਤਕਾਲ ਹੋਇਆ, ਉਹਨਾਂ ਦੇ ਜਾਣ ਤੇ ਸਰਕਾਰ ਦੇ ਵੱਡੇ ਮਿਨਿਸਟਰਾਂ ਤੱਕ ਨੇ ਇਹੋ ਜਿਹੇ ਕਮੈਂਟ ਕੀਤੇ, ਇਹੋ ਜਿਹੇ ਟਵੀਟ ਕੀਤੇ ਕਿ ਸ਼ਰਮ ਆਉਂਦੀ ਹੈ ਕਿ ਯਾਰ ਇੰਨੇ ਵੱਡੇ ਐਕਟਰ ਨੂੰ, ਜਿਹਨੇ ਪੂਰੀ ਜ਼ਿੰਦਗੀ ਇੰਡੀਅਨ ਸਿਨੇਮਾ ਨੂੰ ਦਿੱਤੀ ਹੋਵੇ, ਉਸ ਦੇ ਲਈ ਬੋਲਿਆ ਜਾਂਦਾ ਹੈ ਕਿ ਇਹਨੂੰ ਹੁਣ ਇਸਕੋ ਅਭੀ सुनील दत्त, दिलीप कुमार
समझ के इसका दाह संस्कार किया जाएगा या इसको यूसुफ खान समझ के इसको दफनाया जाएगा। हा 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 आ लिखिया जाता। आ एक बड़े मिनिस्टर दे ट्वीट है। बहुत सारे लोग उन्होंने मुल्ला कटुआ पता नहीं की कुछ उन्होंने बोलते हैं और एक दा नहीं भीड़ है इन्हां भेडां दी जो इदा बोलती है। आ एक हुणे कुछ दिन पहला अफगानिस्तान दे विच एक इंडिया का एक पत्रकार सिगा, जर्नलिस्ट सिगा, फोटोग्राफर सिगा, फोटोआं खिंचदा सिगा ते अफगानिस्तान दे विच तालिबान दे ਜਿਹੜੇ ਲੜਾਕੇ ਹੈਗੇ ਆ ਉਹਨਾਂ ਦੀ ਗੋਲੀ ਵੱਜਣ ਨਾਲ ਉਹਦੀ ਜਾਨ ਉਹਨੂੰ ਗਵਾਉਣੀ ਪਈ ਆਪਣੀ। ਉਹਨੇ ਅਫਗਾਨਿਸਤਾਨ 'ਚ ਆਪਣੀ ਜਾਨ ਗਵਾਈ ਤੇ ਕੱਲ ਉਸ ਦੀ ਜੋ ਸ਼ਰੀਰ ਆ ਉਸ ਦੀ ਬੋਡੀ ਕੱਲ ਇੰਡੀਆ ਆਈ। ਉਸ ਦੇ ਉੱਤੇ ਵੀ ਹਨੇਰੀ ਆ ਗਈ, ਉਸ ਨੂੰ ਗਾਲਾਂ ਕੱਢਣ ਦੇ ਵਿੱਚ ਬਹੁਤ ਨੈਗੇਟਿਵ ਉਸ ਦੇ ਲਈ ਬੋਲਿਆ ਗਿਆ। ਉਹੀ ਮੁੱਲਾ ਕਟੂਆ ਉਹਦਾ ਕਸੂਰ ਇਹਨਾਂ ਸੀਗਾ ਕਿ ਜਦੋਂ ਦਿੱਲੀ ਦੇ ਵਿੱਚ ਕਰੋਨਾ ਇਸ ਪਿੱਛੇ ਜੇ ਜਦੋਂ ਇੰਨਾ ਜ਼ਿਆਦਾ ਮੌਤਾਂ ਹੋਈਆਂ ਜੋ ਕੁਝ ਹੋਇਆ ਉਹਨੇ ਉਹ ਫੋਟੋਆਂ ਖਿੱਚੀਆਂ ਸੀਗੀਆਂ। ਇੱਕ ਫੋਟੋ ਉਹਦੀ ਬੜੀ ਫੇਮਸ ਹੋਈ ਸੀ ਕਿ ਉਹ ਬੜੀ ਡਰੋਨ ਤੋਂ ਉੱਤੋਂ ਲਿੱਤੀ ਹੋਈ ਹੈ, ਨੀਚੇ ਲਾਸ਼ਾਂ ਹੀ ਲਾਸ਼ਾਂ ਜਲਦੀਆਂ ਪਈਆਂ ਤੇ ਉਹ ਬਾਹਰ ਦੇ ਨਿਊਜ਼ਪੇਪਰਸ ਵਿੱਚ ਵੀ ਪ੍ਰਿੰਟ ਹੋਈ ਸੀ। ਉਹਦਾ ਕਸੂਰ ਇਹਨਾਂ ਸੀਗਾ ਕਿ ਉਸਨੇ ਕਰੋਨਾ ਦੇ ਜਿਹੜਾ ਚੀਜ਼ਾਂ ਸੀਗੀਆਂ ਉਹ ਦੁਨੀਆ ਦੇ ਸਾਹਮਣੇ ਰੱਖੀ। ਨਹੀਂ, ਉਸਦਾ ਕਸੂਰ ਸਿਰਫ ਇਹਨਾਂ ਨਹੀਂ ਸੀ, ਦੂਸਰਾ ਉਸਦਾ ਕਸੂਰ ਤੁਸੀਂ ਸਮਝ ਜਾਓਗੇ, ਉਸਦਾ ਨਾਮ ਦਾਨਿਸ਼ ਸਿੱਦਕੀ ਸੀਗਾ। ਇਹ ਵੀ ਕੋਈ ਛੋਟਾ ਕਸੂਰ ਤੇ ਨਹੀਂ ਹੈ। ਕਾਲਾਂ ਪੈਣੀਆਂ ਲਾਜ਼ਮੀ ਸੀਗੀਆਂ ਇੰਨੀਆਂ। ਮੇਰਾ ਪਰਸਨਲ ਐਕਸਪੀਰੀਅੰਸ ਹੈਗਾ, ਮੇਰੇ ਮਦਰ ਬਹੁਤ ਜ਼ਿਆਦਾ ਸੀਰੀਅਸ ਸੀਗੇ, ਹੁਣ ਕਾਫੀ ਹੱਦ ਤੱਕ ਠੀਕ ਨੇ। ਮੈਂ ਪੋਸਟ ਵੀ ਪਾਈ ਸੀਗੀ ਉਦੋਂ। ਸਾਨੂੰ ਉਸ ਸਮੇਂ ਮੇਰੇ ਮਦਰ ਦੇ ਬਚਣ ਦੀ ਕੋਈ ਉਮੀਦ ਨਹੀਂ ਸੀਗੀ, ਇੰਨੀ ਜ਼ਿਆਦਾ ਅਸੀਂ ਡਰੇ ਹੋਏ ਸੀ, ਘਬਰਾਏ ਹੋਏ ਸੀ ਕਿ ਡਾਕਟਰ ਨੇ ਸਾਨੂੰ ਬੋਲਿਆ ਪਲਾਜ਼ਮਾ ਅਰੇਂਜ ਕਰੋ। ਤੇ ਪਲਾਜ਼ਮਾ ਅਰੇਂਜ ਕਰਨ ਲਈ ਮੈਂ ਇੱਕ ਮੈਸੇਜ ਬ੍ਰੌਡਕਾਸਟ ਕੀਤਾ ਜਿਹੜੇ ਫੇਸਬੁੱਕ ਤੇ ਵੀ ਪਿਆ, ਹੋਰ ਵੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਉਹ ਸ਼ੇਅਰ ਵੀ ਕੀਤਾ। ਇੱਕ ਬੰਦਾ ਉਹ ਕੋਈ ਰਾਜਸਥਾਨ ਤੋਂ ਹੈ, ਉਸਦਾ ਜਵਾਬ ਆਇਆ ਅੱਛਾ ਹੁਆ, ਹਾ ਹਾ ਹਾ, ਮਜ਼ਾ ਆ ਗਿਆ ਕਿ ਯਾਰ ਅਸੀਂ ਇੰਨੇ ਗਿਰੇ ਹੋਏ ਹਾਂ। ਆ 74-75 ਸਾਲ ਜਿੰਨੇ ਵੀ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ, ਆ ਅਸੀਂ ਸਿਰਜੇ ਨੇ ਲੋਕ, ਆ ਸਾਡੀ ਮਾਨਸਿਕਤਾ ਹੈਗੀ ਆ। ਮੇਰੀ ਮਾਂ ਤੇ ਬਾਅਦ ਦੀ ਗੱਲ ਹੈ, ਉਹਨੂੰ ਮੇਰੀ ਗੱਲਾਂ ਤੋਂ ਚੁਭਣ ਸੀਗੀ ਕਿ ਤੁਸੀਂ ਇਸ ਗਵਰਨਮੈਂਟ ਦੇ ਖਿਲਾਫ ਕਿਉਂ ਬੋਲਦੇ ਹੋ। ਗਵਰਨਮੈਂਟ ਦੀ ਨੀਤੀਆਂ ਦੇ ਖਿਲਾਫ ਬੋਲਣ ਦਾ ਸਾਡਾ ਹੱਕ ਹੈ। ਔਰ ਮਾਵਾਂ ਭੈਣਾਂ ਤਾਂ ਸਾਂਝੀਆਂ ਹੁੰਦੀਆਂ। ਇਹ ਅਸੀਂ ਦਿਮਾਗ ਸਿਰਜੇ ਨੇ 74-75 ਸਾਲ ਲਾ ਕੇ, ਜਿੰਨੇ ਵੀ ਸਾਲ ਹੋਏ ਨੇ। ਆਹ ਮਾਨਸਿਕਤਾ ਹੈ ਸਾਡੀ। ਕਿਸੇ ਆਪਣੇ ਹੀ ਕੰਟਰੀ ਦੇ ਇੱਕ ਐਕਟਰ ਨੂੰ ਅਸੀਂ ਗਾਲਾਂ ਕੱਢ ਸਕਦੇ ਹਾਂ, ਆਪਣੇ ਹੀ ਇੱਕ ਜਰਨਲਿਸਟ ਨੂੰ ਜੋ ਕਿਸੇ ਦੂਜੇ ਕੰਟਰੀ ਦੇ ਵਿੱਚ ਆਪਣੀ ਜਾਨ ਗਵਾ ਦਿੰਦਾ ਹੈ ਆਪਣੀ ਡਿਊਟੀ ਕਰਦੇ ਹੋਏ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਿਹੜੇ ਨਫ਼ਰਤ ਫੈਲਾਉਣ ਵਾਲੇ ਕੁੱਤਾ ਬਿੱਲਾ ਵੀ ਕੋ ਮਰ ਜਾਏ ਤੇ ਉਸ ਦੇ ਲਈ ਵੀ ਟਵੀਟ ਕਰ ਦਿੰਦੇ ਨੇ, ਲੇਕਿਨ ਇਸ ਦੇ ਲਈ ਉਹਨਾਂ ਕੋ ਕੁਝ ਨਹੀਂ ਬੋਲਿਆ ਗਿਆ। ਸਰਕਾਰ ਦੇ ਕਿਸੇ ਬੰਦੇ ਕੋ ਨਹੀਂ ਟਵੀਟ ਕੀਤਾ ਗਿਆ। ਉਹਨਾਂ ਦੀਆਂ ਭੇਡਾਂ ਜਿਹੜੀਆਂ ਸੀਗੀਆਂ ਉਹ ਨੈਗੇਟਿਵ ਬੋਲਣ ਦੇ ਉੱਤੇ ਜੁਟ ਗਈਆਂ। ਉਹਨਾਂ ਦਾ IT ਸੈੱਲ ਨੇਰੀ ਲੈ ਆਏ ਉਸ ਦੇ ਖਿਲਾਫ। ਇਹ ਜੋ ਇਹ ਸਿਰਜਿਆ ਅਸੀਂ ਹੁਣ ਤੱਕ, ਇਹ ਜੋ ਬਣਾਇਆ ਹੈ, ਜੋ ਇਹ ਲੋਕ ਤਿਆਰ ਹੋਏ ਨੇ, ਕੀ ਇਹ ਹਿੰਦੁਸਤਾਨ ਦਾ ਮਾਣ ਵਧਾ ਰਹੇ ਨੇ? ਇਹ ਮਾਣ ਹੈ ਜਾਂ ਅਪਮਾਨ ਹੈ? ਮੇਰੇ ਹਿਸਾਬ ਨਾਲ ਤਾਂ ਅਪਮਾਨ ਹੈ। ਇਹ ਤਾਂ ਇਨਸਲਟ ਹੋ ਰਹੀ ਹੈ। ਇਹ ਤਾਂ ਹਿੰਦੁਸਤਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸੋਚ ਅਸੀਂ ਪੈਦਾ ਕੀਤੀ ਹੈ। ਔਰ ਇੰਨੀਆਂ ਭੇਡਾਂ ਜਿਹੜੀਆਂ
ਇਹਨਾਂ ਨੂੰ ਇਸਤੇਮਾਲ ਕਰਨਾ ਡੰਗਰ ਦਿਮਾਗ ਤੋਂ ਇਹ ਲੋਕ ਅੰਨੇ ਆ। ਦੀਪ ਭਾਈ ਦੇ ਨਾਲ ਮੈਂ 2-3 ਦਿਨ ਪਹਿਲਾਂ ਗੱਲ ਕਰ ਰਿਹਾ ਸੀਗਾ, ਤਾਂ ਉਹ ਗੱਲਾਂ ਵਿੱਚ ਇੱਕ ਗੱਲ ਕਰ ਰਹੇ ਸੀਗੇ ਕਿ ਸਰਕਾਰ ਮਤਲਬ ਬਹੁਤ ਸਾਰੇ ਲੋਕੀ ਹੁੰਦੇ ਆ ਉਹ ਪਪੂਲਰ ਨੈਰੇਟਿਵ ਨੂੰ ਫੋਲੋ ਕਰਦੇ ਆ। ਸਰਕਾਰ ਇੱਕ ਨੈਰੇਟਿਵ ਸਿਰਜਦੀ ਆ ਤਾਂ ਮੀਡੀਆ ਦੇ ਥਰੂ ਜਾਂ ਹੋਰ ਆਪਣੇ ਲੋਕਾਂ ਦੇ ਥਰੂ ਜਾਂ ਆਪਣੇ IT ਸੈੱਲ ਦੇ ਥਰੂ, ਤੇ ਬਹੁਤ ਸਾਰੇ ਲੋਕ ਉਹਦੇ ਵਿੱਚ ਵਹਿ ਜਾਂਦੇ ਆ। ਆਹੀ 26 ਜਨਵਰੀ ਦਾ ਟਾਈਮ ਤੇ ਹੋਇਆ ਸੀਗਾ, ਆਹੀ ਹੁਣ ਵੀ ਹੋਈ ਜਾ ਰਿਹਾ। ਹੁਣੇ ਮੈਂ ਮੋਰਚੇ ਨੂੰ ਕ੍ਰਾਸ ਕਰਕੇ ਆਇਆ, ਬਹੁਤ ਜ਼ਿਆਦਾ ਉੱਥੇ ਬਾਰਿਸ਼ ਹੈ ਔਰ ਸਾਡੇ ਬਜ਼ੁਰਗ ਉੱਥੇ ਪਾਣੀ ਭਰਿਆ ਹੋਇਆ, ਉਹ ਵਿਚਾਰੇ ਕਿਸ ਤਰ੍ਹਾਂ ਉਸ ਨਾਲੇ ਬਹਿੰਦੇ ਆ। ਨਾਲੇ ਦਾ ਪਾਣੀ ਜਿਹੜਾ ਉਹ ਪਾਣੀ ਇੰਨਾ ਭਰ ਗਿਆ, ਓਵਰਫਲੋ ਹੋ ਰਿਹਾ, ਪੂਰੀ ਗੰਦਗੀ ਉੱਥੇ। ਉਸ ਦੇ ਵਿੱਚ ਵੀ ਸਾਡੀਆਂ ਮਾਵਾਂ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ ਉੱਥੇ ਬੈਠੇ। ਉਹ ਸਰਕਾਰ ਨੇ ਮੋਰਚਾ ਤੋੜ ਫੋੜ ਕਰਕੇ ਰੱਖ ਦਿੱਤਾ ਔਰ ਕੋਈ ਆ ਪਲਾਂਟਡ ਬੰਦਾ, ਆ ਫਲਾਣਾ ਬੰਦਾ, ਢਿਮਕਾ ਬੰਦਾ ਕਿਹਨੇ ਉਹਨਾਂ ਦਾ ਸਾਥ ਦਿੱਤਾ, ਕੌਣ ਉਹਨਾਂ ਦਾ ਸਾਥ ਦਿੰਦਾ ਹੈ। ਹਾਲੇ ਵੀ ਸਾਨੂੰ ਸ਼ਾਇਦ ਹਾਲੇ ਵੀ ਸਮਝ ਨਹੀਂ ਆਉਂਦੀ। ਹੁਣ ਤਾਂ ਆਪਾਂ ਬੋਲਣਾ ਵੀ ਛੱਡ ਦਿੱਤਾ ਕਿ ਯਾਰ ਠੀਕ ਹੈ, ਜਿਹਨੂੰ ਚੰਗਾ ਲੱਗਦਾ, ਜਿਹਨੂੰ ਸਮਝ ਆਉਂਦੀ ਆ ਉਦਾਂ ਹੀ ਕਰੀ ਜਾਵੇ। ਦੀਪ ਸਿੱਧੂ ਪਲਾਂਟਡ ਬੰਦਾ ਹੈ। ਦੀਪ ਸਿੱਧੂ ਉਹ ਪਤਾ ਨਹੀਂ ਕਿੱਥੇ ਮਰ ਗਏ ਹੁਣ, ਜਿਹੜੇ ਕਹਿੰਦੇ ਸੀਗੇ ਜੀ ਉਹਨੂੰ ਤਾਂ ਜੀ 7 ਨੰਬਰ ਜੇਲ੍ਹ 'ਚ ਭੇਜਿਆ। ਉਹਨੂੰ ਤੇ ਜੀ ਦੇਖਿਆ ਉਸਦੀ ਤਾਂ ਜੀ ਬੇਲ ਹੋ ਗਈ, ਉਸਦੀ ਬੇਲ ਹੋ ਗਈ, ਬਾਕੀਆਂ ਦੀ ਬੇਲ ਬਾਹਰੋਂ ਹੀ ਹੋ ਗਈ। ਤੇ ਉਦੋਂ ਉਹ ਡੁੱਬ ਕੇ ਮਰ ਨਹੀਂ ਜਾਂਦੇ ਹੁਣ, ਜਿਹੜੇ ਆ ਲੌਜਿਕ ਦਿੰਦੇ ਸੀਗੇ ਕਿ ਇਹਦੀ ਤੇ ਬੇਲ ਹੋ ਗਈ ਕਿਉਂਕਿ ਇਹ ਤਾਂ ਸਰਕਾਰੀ ਬੰਦਾ ਸੀਗਾ, ਤੇ ਜਿਹੜਾ ਦੀ ਬਾਹਰੋਂ ਬਾਹਰ ਬੇਲ ਹੋ ਗਈ ਉਹ ਸਰਕਾਰੀ ਨੇ, ਉਹ ਕੌਣ ਨੇ ਹੁਣ। ਅਰੇ ਇੱਕ ਲੜਾਈ ਵੀ ਲੜੀ ਜਾਂਦੀ ਆ, ਉਸ ਦੇ ਵਿੱਚ ਚੀਜ਼ਾਂ ਅਦਾਲਤਾਂ ਦੇ ਸਾਹਮਣੇ ਰੱਖੀਆਂ ਜਾਂਦੀਆਂ ਤੇ ਅਦਾਲਤਾਂ ਆਪਣੇ ਫੈਸਲੇ ਵੀ ਦਿੰਦੇ ਆ। ਖੈਰ ਗੱਲ ਹੋਰ ਤਰਫ ਨੂੰ ਹੋਈ ਜਾਂਦੀ ਹੈ, ਲੇਕਿਨ ਫੇਸਬੁੱਕ ਜਿਹੜੀ ਫੇਕ ਬੁੱਕ ਹੋਈ ਆ, ਸਭ ਨਕਲੀ, ਔਰ ਗਿਆਨ ਇੰਨਾ ਜ਼ਿਆਦਾ ਲੋਕਾਂ ਦੇ ਅੰਦਰ ਗਿਆਨ ਦੀਆਂ ਉਲਟੀਆਂ ਕਰੀ ਜਾ ਰਹੇ ਨੇ, ਹਰ ਤਰਫ ਗਿਆਨ ਹੀ ਗਿਆਨ ਵੰਡੀ ਜਾ ਰਹੇ ਨੇ ਲੋਕ। ਤੇ ਮੈਂ ਅੱਜ ਵੈਸੇ ਹੀ ਗੱਡੀ ਚਲਾ ਰਿਹਾ ਸੀਗਾ ਤੇ ਵਿਹਲਾ ਸੀ, ਪੰਜਾਬ ਨੂੰ ਜਾ ਰਿਹਾ ਸੀ, ਤੇ ਸੋਚਿਆ ਕਿ ਚਲੋ 2 ਮਿੰਟ ਵਾਸਤੇ ਲਾਈਵ ਹੋ ਜਾਵੇ। ਤੇ ਚਲੋ ਜੀ, ਇੰਨੀਆਂ ਹੀ ਗੱਲਾਂ ਸੀਗੀਆਂ ਤੇ ਕਰਦੇ ਆ ਗੱਲ ਕਦੀ। ਤੇ ਬਾਕੀ ਦਿਲੋਂ ਸਾਡੇ ਕਿਸਾਨ ਮੋਰਚਾ ਜਿਹੜਾ ਹੈਗਾ ਉਸ ਦੇ ਲਈ ਅਰਦਾਸ ਕਰਦੇ ਹੋਏ ਕਿ ਸਰਕਾਰ ਨੂੰ ਅਕਲ ਆਵੇ। ਸਰਕਾਰ ਦਾ ਨੁਕਸਾਨ ਵੀ ਬਹੁਤ ਹੁੰਦਾ ਪਿਆ, ਬੰਗਾਲ ਵੀ ਗਵਾ ਲਿਆ, ਯੂਪੀ ਗਵਾਉਣ ਵਾਲੇ ਨੇ, ਉਹਨਾਂ ਨੂੰ ਲੱਗਦਾ ਪਿਆ ਕਿ ਪਤਾ ਨਹੀਂ ਸਾਡੀ ਬੇਇੱਜ਼ਤੀ ਹੋ ਜਾਏਗੀ, ਕਿ ਮੰਨਣਾ ਸੀ, ਲੋਕੀ ਕਹਿਣਗੇ ਮੰਨਣਾ ਹੀ ਸੀ ਤਾਂ ਪਹਿਲਾਂ ਮੰਨ ਜਾਂਦੇ। ਪਰ ਅਜੇ ਵੀ ਮੰਨ ਜਾਏ ਸਰਕਾਰ ਦਾ ਅਜੇ ਵੀ ਮੰਨ ਜਾਏ ਫਾਇਦਾ। ਚਲੋ ਜੀ, ਕਿਸਾਨਾਂ ਦੇ ਲਈ ਅਰਦਾਸ ਕਰਦੇ ਹੋਏ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।